ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਤਿਗੁਰੂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਗੁਰੂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਅੱਜ ਦਾ ਇਹ ਪਾਵਨ ਵਚਨ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 625 ਅਤੇ 26 ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਤਿਹਾਸਕ ਦਿਹਾੜਾ ਹੈ, ਜਿਸ ਨੂੰ ਅਸੀਂ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਸਵੇਰ ਦੀ ਕਰੀਏ ਸ਼ਾਮ ਦੀ ਕਰੀਏ ਜਾਂ ਜਦੋਂ ਵੀ ਅਸੀਂ ਨਿਤਨੇਮ ਜਾਂ ਸਾਡੇ ਖੁਸ਼ੀ ਤੇ ਗਮੀ ਦੇ ਵੇਲੇ ਅਸੀਂ ਅਰਦਾਸ ਕਰਦੇ ਹਾਂ, ਤੇ ਹਰ ਅਰਦਾਸ ਕਰਨ ਦੇ ਵਿੱਚ ਉਹਨਾਂ ਦੀ ਯਾਦ ਤੀਸਰਾ ਬੰਦ ਹੈ ਅਰਦਾਸ ਦਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖਰੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ। ਇਹਨਾਂ ਵਿੱਚੋਂ ਜਿਹੜੇ ਚਰਖੜੀਆਂ ਤੇ ਚੜੇ, ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ 1745 ਈਸਵੀ ਦੇ ਵਿੱਚ ਜਦੋਂ ਜ਼ਕਰੀਆ ਖਾਨ ਨੇ ਅੱਤ ਕੀਤੀ ਸੀ ਇਸ ਧਰਤੀ ਦੇ ਉੱਤੇ, ਸਿੰਘਾਂ ਦਾ ਕਤਲੋਗਾਰਤ ਕਰਨਾ ਸ਼ੁਰੂ ਕੀਤਾ। ਉਸ ਸਮੇਂ ਇਹਨਾਂ ਦੋ ਸ਼ਹੀਦਾਂ ਨੂੰ ਰਿਸ਼ਤੇ ਵਿੱਚ ਇਹ ਦੋਨੋਂ ਪਿਓ ਪੁੱਤਰ ਸਨ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਹਿਬਾਜ਼ ਸਿੰਘ ਜੀ। ਚੰਦ ਕੁ ਮਿੰਟ ਇਹਨਾਂ ਦੇ ਯਾਦ ਵਿੱਚ ਜੁੜੀਏ, ਕਿੰਨਾ ਹਾਲਾਤਾਂ ਦੇ ਵਿੱਚੋਂ ਇਹਨਾਂ ਨੇ ਨਿਕਲ ਕੇ ਤੇ ਅਖੀਰ ਗੁਰੂ ਨੂੰ ਨਤਮਸਤਕ ਹੋ ਕੇ ਇਹ ਗੱਲ ਆਖੀ ਸੀ, ਜ਼ਕਰੀਆ ਖਾਨ ਅਸੀਂ ਮਰ ਤੇ ਸਕਦੇ ਹਾਂ ਪਰ ਆਪਣਾ ਧਰਮ ਤਬਦੀਲ ਨਹੀਂ ਕਰ ਸਕਦੇ। ਹਕੂਮਤ ਦੇ ਅਹਿਲਕਾਰ ਜਦੋਂ ਜ਼ਕਰੀਆ ਖਾਨ ਨੇ ਅੱਤ ਕਰਾਈ ਹੋਈ ਸੀ, ਉਸ ਸਮੇਂ ਸਿੰਘ ਘਰ-ਬਾਰ ਤਿਆਗ ਕੇ ਗਏ ਸਨ। ਜਦੋਂ ਕੋਈ ਵਾਹ ਨਾ ਚੱਲੀ ਜ਼ਕਰੀਆ ਖਾਨ ਦੀ, ਤੇ ਉਸ ਸਮੇਂ ਫਿਰ ਭਾਈ ਸੁਬੇਗ ਸਿੰਘ ਇਹ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਦੀਵਾਨ ਸੀ। ਫਾਰਸੀ ਦਾ ਬੜਾ ਵੱਡਾ ਵਿਦਵਾਨ ਸੀ ਭਾਈ ਸੁਬੇਗ ਸਿੰਘ ਜੀ। ਇਸ ਨੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਆਖਿਆ ਸੀ ਕਿ ਜੇ ਤੂੰ ਚਾਹੇ ਤੇ ਸਾਡੀ ਸਿੱਖਾਂ ਨਾਲ ਸੁਲ੍ਹਾ ਕਰਵਾ ਦੇ, ਸਾਡੀ ਸੰਧੀ ਕਰਵਾ ਦੇ, ਝਗੜਿਆਂ ਵਿੱਚ ਕੁਝ ਨਹੀਂ ਰੱਖਿਆ। ਕਿਉਂਕਿ ਇਹਨੇ ਪੂਰਾ ਜ਼ੋਰ ਲਾ ਰਿਹਾ ਸੀ ਇੱਥੋਂ ਤੱਕ ਕਿ ਪਿਛਲੇ ਸਮੇਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਖੋਪੜੀ ਉਤਾਰ ਕੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਕੇ ਵੀ ਵੇਖ ਲਿਆ, ਪਰ ਇਹਦਾ ਜਿਹੜਾ ਸੀ ਕੋਈ ਵਾਹ ਨਹੀਂ ਚੱਲੀ। ਤੇ ਅਖੀਰ ਇਹਨੇ ਭਾਈ ਸੁਬੇਗ ਸਿੰਘ ਨੂੰ ਮਨਾ ਕੇ ਇਹ ਗੱਲ ਕਹੀ ਸੀ ਕਿ ਤੂੰ ਸਾਡੀ ਸੰਧੀ ਕਰਵਾ ਦੇ, ਤੇ ਉਸ ਸੰਧੀ ਕਰਵਾਉਣ ਦੇ ਲਈ ਇਹਨੇ ਆਪਣੇ ਘਰੋਂ ਭਾਈ ਸੁਬੇਗ ਸਿੰਘ ਜੀ ਦੇ ਹੱਥ ਜਗੀਰ ਭੇਜੀ, ਜਿਹਦੇ ਵਿੱਚ ਭਾਈ ਸੁਬੇਗ ਸਿੰਘ ਜੀ ਨੇ ਜਗੀਰ ਲੈ ਕੇ ਤੇ ਇੱਕ ਨਵਾਬੀ, ਇਹ ਦੋਨੋਂ ਲੈ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ। ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਜਦੋਂ ਸਿੰਘਾਂ ਨੂੰ ਮਿਲਣਾ ਹੈ, ਤੇ ਬੜਾ ਹੀ ਉੱਚਾ ਵਿਦਵਾਨ ਸੀ ਇਹਨੂੰ ਪਤਾ ਸੀ ਵੀ ਸਿੰਘਾਂ ਨੇ ਮੈਨੂੰ ਮਿਲਣ ਤੋਂ ਇਨਕਾਰ ਕਰ ਦੇਣਾ, ਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਖਿਆ ਸੀ, ਸਿੰਘੋ
ਜੇ ਤੁਸੀਂ ਚਾਹੋ ਤਾਂ ਮੈਨੂੰ ਸਜ਼ਾ ਦੇ ਸਕਦੇ ਜੇ, ਪਰ ਮੈਂ ਕੁਝ ਲੈ ਕੇ ਤੁਹਾਡੇ ਕੋਲੋਂ ਆਇਆ। ਤੇ ਬੜੀ ਹਮਦਰਦੀ ਦੂਰ ਅੰਦੇਸ਼ੀ ਵਾਲੇ ਸਿੱਖ ਸਰਦਾਰ ਕਪੂਰ ਸਿੰਘ ਜੀ ਨੇ ਸਾਰੇ ਸਿੰਘਾਂ ਦੇ ਨਾਲ ਸਲਾਹ ਕਰਕੇ ਤੇ ਭਾਈ ਸਵੇਗ ਸਿੰਘ ਨੂੰ ਆਪਣੇ ਦਰਬਾਰ ਵਿੱਚ, ਕਿਉਂਕਿ ਕੋਈ ਵੀ ਮੁਗਲ ਹਕੂਮਤ ਦੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਖਾਲਸਾ ਦਰਬਾਰ ਦੇ ਵਿੱਚ ਆਣ ਕੇ ਪੇਸ਼ ਨਹੀਂ ਸੀ ਹੋ ਸਕਦਾ, ਪਰ ਇਹ ਸੰਧੀ ਕਰਨ ਵਾਸਤੇ ਨਵਾਬ ਕਪੂਰ ਸਿੰਘ ਤੇ ਹੋਰ ਪ੍ਰਮੁੱਖ ਸਿੱਖਾਂ ਨੇ ਭਾਈ ਸਵੇਗ ਸਿੰਘ ਨੂੰ ਬੁਲਾਇਆ ਤੇ ਇੱਥੇ ਨਵਾਬੀ ਦੀ ਪੇਸ਼ਕਸ਼ ਹੋਈ। ਤੇ ਅਖੀਰ ਸਰਦਾਰ ਕਪੂਰ ਸਿੰਘ ਜੀ ਜਿਹੜੇ ਘੋੜਿਆਂ ਦੇ ਤਬੇਲੇ ਵਿੱਚ ਉੱਥੋਂ ਦੇ ਘੋੜਿਆਂ ਦਾ ਜਿਹੜਾ ਮਲ ਮੂਤਰ ਸੀ ਉਹਨੂੰ ਇਕੱਠਿਆਂ ਕਰਦੇ ਸਨ, ਉਹਨੂੰ ਬੁਲਾ ਕੇ ਤੇ ਸਰਦਾਰ ਕਪੂਰ ਸਿੰਘ ਜੀ ਨੂੰ ਇਹ ਨਵਾਬੀ ਦਿੱਤੀ। ਮੈਂ ਜ਼ਿਆਦਾ ਲੰਬੇਰਾ ਨਹੀਂ ਜਾਣਾ ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੈ। ਸਰਦਾਰ ਕਪੂਰ ਸਿੰਘ ਜੀ ਨੂੰ ਇਹ ਨਵਾਬੀ ਦਿੱਤੀ ਗਈ ਤੇ ਇੱਕ ਸ਼ਰਤ ਸੀ, ਕਿੰਨਾ ਉੱਚਾ ਜੀਵਨ ਹੋਵੇਗਾ ਕਿ ਨਵਾਬ ਕਪੂਰ ਸਿੰਘ ਨੇ ਆਖਿਆ ਸੀ, ਜਦੋਂ ਜੇ ਕਪੂਰ ਸਿੰਘ ਸਨ, ਕਿਹਾ ਸੀ ਤੁਹਾਡਾ ਹੁਕਮ ਸਿਰ ਮੱਥੇ ਕੌਮ ਦਾ, ਪਰ ਇੱਕ ਕਰਮ ਹੈ ਕਿ ਮੈਨੂੰ ਨਵਾਬੀ ਦੇ ਕੇ ਮੇਰੇ ਕੋਲ ਸੇਵਾ ਨਾ ਖੋਇਓ। ਤੇ ਸੇਵਾ ਕਿਹੜੀ? ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਦਾ ਮਲ ਮੂਤਰ ਜਿਹੜਾ ਸੀ ਉਹ ਸੁੱਟਣ ਦੀ। ਇੱਥੋਂ ਬਾਅਦ ਸਮਾਂ ਕੁਝ ਸੁਖਾਵਾਂ ਹੋਇਆ ਤੇ ਅਖੀਰ ਇੱਕ ਦਿਨ ਇਤਿਹਾਸ ਨੇ ਲਿਖਿਆ ਕਿ ਸਰਦਾਰ ਸਵੇਗ ਸਿੰਘ ਜੀ ਦੇ ਸਪੁੱਤਰ ਸ਼ਾਹਬਾਜ਼ ਸਿੰਘ ਇੱਕ ਦਿਨ ਵਜ਼ੀਰ ਦੇ ਬੱਚੇ ਦੇ ਨਾਲ, ਬੇਟੇ ਦੇ ਨਾਲ ਕੁਝ ਵਿਦਵਾਨੀ ਗੱਲਾਂ ਕਰਦੇ ਨੇ। ਕਾਜੀ ਬੈਠਾ ਹੈ ਤੇ ਜਦੋਂ ਉੱਥੇ ਬੈਠਿਆਂ ਹੋਇਆਂ ਵਿਦਵਾਨੀ ਦੀਆਂ ਗੱਲਾਂ ਚੱਲੀਆਂ ਤੇ ਕਾਜੀ ਹਾਰ ਗਿਆ। ਸਿੱਖ ਧਰਮ ਦੀ ਗੱਲ ਕਰਦਿਆਂ ਹੋਇਆਂ ਸ਼ਾਹਬਾਜ਼ ਸਿੰਘ ਨੇ ਬੜੀ ਨਿਡਰਤਾ ਦੇ ਨਾਲ ਸਿੱਖ ਧਰਮ ਦੀ ਤਾਰੀਫ ਜਿਹੜੀ ਸੀ ਨਾ ਉਹ ਪੇਸ਼ ਕੀਤੀ। ਬੇਟੇ ਨੂੰ ਕੈਦ ਕੀਤਾ ਗਿਆ। ਹੇਠੀ ਹੋਈ ਕਿ ਇੱਕ ਸਿੱਖ ਨੇ ਸਾਨੂੰ ਹਰਾਇਆ ਹੈ। ਜਦੋਂ ਬੇਟੇ ਨੂੰ ਕੈਦ ਕੀਤਾ ਤੇ ਝੂਠੀ ਸਜ਼ਾ ਪਾ ਕੇ ਸਰਦਾਰ ਸਵੇਗ ਸਿੰਘ ਨੂੰ ਵੀ ਉਸੇ ਕੈਦ ਵਿੱਚ ਸੁੱਟਿਆ ਗਿਆ। ਤੇ ਅਖੀਰ ਜੋ ਸਿਲਸਿਲਾ ਸੀ ਕਿ ਜਾਂ ਤੇ ਇਸਲਾਮ ਧਰਮ ਕਬੂਲ ਕਰ ਲਓ ਤੇ ਜਾਂ ਮੌਤ ਨੂੰ ਕਬੂਲ ਕਰ ਲਓ, ਤੇ ਦੋਨਾਂ ਸਿੱਖਾਂ ਨੇ ਆਖਿਆ ਸੀ ਸਾਨੂੰ ਮੌਤ ਕਬੂਲ ਹੈ, ਪਰ ਅਸੀਂ ਆਪਣਾ ਧਰਮ ਪਰਿਵਰਤਨ ਨਹੀਂ ਕਰਾਂਗੇ। ਸਜ਼ਾ ਸੁਣਾਈ ਗਈ ਤੇ ਅਖੀਰ ਦੋ ਵੱਡੇ ਵੱਡੇ ਦੰਦਿਆਂ ਵਾਲੀਆਂ ਚਰਖੜੀਆਂ, ਤੁਸੀਂ ਆਮ ਤਸਵੀਰਾਂ ਵਿੱਚ ਵੇਖਦੇ ਹੋਵੋਗੇ, ਉਹ ਚਰਖੜੀਆਂ ਤਿਆਰ ਕੀਤੀਆਂ ਗਈਆਂ। ਦੋਨਾਂ ਪਿਓ ਪੁੱਤਰਾਂ ਨੂੰ ਇੱਕ ਇੱਕ ਪੁੜੇ ਉੱਤੇ ਬੰਨ੍ਹ ਕੇ ਫਿਰ ਆਖਿਆ, ਵੇਖ ਲਓ ਇਹ ਚਰਖੜੀਆਂ ਤੁਹਾਡਾ ਤੁੰਬਾ ਤੁੰਬਾ ਕੱਟ ਦੇਣਗੀਆਂ, ਤੁਹਾਡੇ ਸਰੀਰ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਬੋਟੀਆਂ ਇੱਥੇ ਖਿਲਰ ਜਾਣਗੀਆਂ, ਜਾਨਵਰ ਆਉਣਗੇ, ਕਾਂ ਚਿੜੀਆਂ ਆਉਣਗੇ, ਤੁਹਾਡੇ ਇਹਨਾਂ ਮਾਸ ਦੇ ਟੁਕੜਿਆਂ ਨੂੰ ਚੁੱਕ ਕੇ ਲੈ ਜਾਣਗੇ। ਤੇ ਉਹਨਾਂ ਨਿਡਰਤਾ ਭਰੇ ਸ਼ਬਦਾਂ ਵਿੱਚ ਆਖਿਆ ਸੀ, ਇਹ ਹਕੂਮਤ ਦੇ ਬਾਦਸ਼ਾਹ, ਸਾਡਾ ਸਰੀਰ ਤੇ ਤੁੰਬਾ ਤੁੰਬਾ ਹੋ ਸਕਦਾ, ਇਹਨੂੰ ਤੂੰ ਟੁਕੜਿਆਂ ਦੇ ਵਿੱਚ ਤੇ ਕੱਟ ਸਕਦਾ, ਪਰ ਜਿਹੜਾ ਮਨ ਹੈ, ਜਿਸ ਮਨ ਦੇ ਵਿੱਚ ਉਹ ਗੁਰੂ ਵਸਿਆ ਹੋਇਆ, ਉਸ ਮਨ ਨੂੰ ਤੂੰ ਕੱਟ ਨਹੀਂ ਸਕਦਾ, ਉਸ ਮਨ ਨੂੰ ਤੂੰ ਤੋੜ ਨਹੀਂ ਸਕਦਾ। ਤੇ ਅਖੀਰ ਚਰਖੜੀਆਂ ਉੱਤੇ ਚੜ੍ਹਾ ਕੇ ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਅੱਜ ਦੇ ਦਿਨ 1745 ਈਸਵੀ ਨੂੰ ਸ਼ਹੀਦ ਕੀਤਾ ਗਿਆ। ਕੋਟ ਕੋਟ ਪ੍ਰਣਾਮ ਹੈ ਉਹਨਾਂ ਦੀ ਸ਼ਹਾਦਤ ਨੂੰ। ਸਾਨੂੰ ਵੀ ਜ਼ਰੂਰਤ ਹੈ ਅੱਜ ਇਹਨਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈਣ ਦੀ ਕਿ ਸਰੀਰ ਚਾਹੇ ਕਤਰਾ ਕਤਰਾ ਹੋ ਜਾਵੇ ਪਰ ਆਪਣੇ ਗੁਰੂ ਤੋਂ ਮੁਨਕਰ ਨਹੀਂ ਹੋਣਾ। ਇਹ ਸਿੱਖਿਆ ਹੈ ਜੀ ਅੱਜ ਦੀ। ਅਸੀਂ ਇਸੇ ਕਰਕੇ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿੰਦੇ ਹਾਂ। ਗੁਰਬਾਣੀ ਅਤੇ ਇਤਿਹਾਸ ਸਾਡੀ ਜਿੰਦ ਜਾਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਲਿਓ ਇਸ ਸੰਸਾਰ ਦੇ ਵਿੱਚ ਇਹ ਸਰੀਰ ਦਾ ਤੁੰਬਾ ਤੁੰਬਾ ਹੋ ਜਾਵੇ, ਜਾਨ ਚਲੀ ਜਾਵੇ, ਪਰ ਆਪਣੇ ਧਰਮ ਤੋਂ ਮੁਨਕਰ ਨਹੀਂ ਹੋਣਾ। ਸੋ ਕੋਟ ਕੋਟ ਪ੍ਰਣਾਮ ਹੈ ਸ਼ਹੀਦਾਂ ਦੇ, ਇਹਨਾਂ ਮਹਾਨ ਯੋਧਿਆਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ ਆਪਣੀ ਸ਼ਹਾਦਤ ਦਿੱਤੀ। ਸਤਿਗੁਰੂ ਜੀ ਦਾ ਅੱਜ ਦਾ ਪਾਵਨ ਬਚਨ ਹੈ ਜੋ ਹੁਣੇ ਅਸੀਂ ਸਰਵਣ ਕੀਤਾ ਸੀ। ਇਸ ਪਾਵਨ ਸ਼ਬਦ ਦਾ ਰਹਾਉ ਵਾਲਾ ਪਦਾ ਹੈ, ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਇਹ ਇੱਕ ਪਦਾ
ਜਿਸ ਵਿੱਚ 3 ਪੰਕਤੀਆਂ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਹਰੀ ਦਾ ਨਾਮ ਹੈ ਨਾ, ਜਿਹਦੀ ਮੈਂ ਵਡਿਆਈ ਕਰਦਾ, ਹਰ ਕੇ ਨਾਮ ਕੀ ਵਡਿਆਈ। ਇਹ ਨਹੀਂ ਕਿ ਹਰੀ ਦੇ ਨਾਮ ਦੀ ਇਹ ਵਡਿਆਈ ਹੈ, ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਹਰੀ ਦਾ ਨਾਮ ਹੈ, ਜਿਹਦੀ ਮੈਂ ਉਸਤਤ ਕਰਦਾ, ਵਡਿਆਈ ਦਾ ਭਾਵ ਅਰਥ ਹੈ ਉਸਤਤ ਕਰਨੀ, ਮੈਂ ਹਰੀ ਦੇ ਨਾਮ ਦੀ ਉਸਤਤ ਕਰਦਾ। ਤੇ ਦੂਸਰਾ ਨਾਲ ਹੀ ਅੱਗੇ ਬਖਸ਼ਿਸ਼ ਕੀਤੀ ਹੈ ਕਿ 8 ਪਹਿਰ ਗੁਣ ਗਾਈ, ਜਿਹਦੀ ਮੈਂ ਵਡਿਆਈ ਕਰਦਾ ਉਹਦੇ 8 ਪਹਿਰ ਮੈਂ ਗੁਣ ਗਾਉਣਾ। 8 ਪਹਿਰ, 4 ਪਹਿਰ ਦਿਨ ਦੇ ਨੇ, 4 ਪਹਿਰ ਰਾਤ ਦੇ ਨੇ। ਸਤਿਗੁਰੂ ਕਹਿੰਦੇ 8 ਪਹਿਰ ਮੈਂ ਉਹਦੇ ਗੁਣਾਂ ਨੂੰ ਗਾਉਂਦਾ ਹਾਂ। ਪਰ ਇਹ ਗਾਉਂਦਾ ਕਿਵੇਂ ਹਾਂ? ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਸਾਡੇ ਮਨ ਦੇ ਅੰਦਰ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਬੜਾ ਹੰਕਾਰ ਹੁੰਦਾ ਕਿ ਮੈਂ ਨਿਤਨੇਮ ਕਰਦਾ, ਮੈਂ ਗੁਰਦੁਆਰੇ ਜਾ ਕੇ ਬੈਠਦਾ, ਮੈਂ ਇੰਨਾ ਟਾਈਮ ਚੌਂਕੜੀ ਲਾਉਣਾ। ਨਹੀਂ, ਸਤਿਗੁਰੂ ਜੀ ਕਹਿੰਦੇ ਭਲਿਓ ਸਮਝੋ ਕਿ ਇਹ ਜੋ ਵੀ ਅਸੀਂ ਵਡਿਆਈ ਕਰ ਰਹੇ ਹਾਂ, 8 ਪਹਿਰ ਉਹਦੇ ਗੀਤਾਂ ਨੂੰ ਗਾ ਰਹੇ ਹਾਂ, ਇਹ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਹੈ, ਗੁਰਪੂਰੇ ਤੇ ਪਾਈ। ਇਹ ਜਿਹੜੀ ਦਾਤ ਹੈ ਨਾ, ਇਹ ਜਿਹੜੀ ਮੈਂ ਦਾਤ ਲਈ ਹੈ ਪੂਰੇ ਗੁਰੂ ਤੋਂ ਪ੍ਰਾਪਤ ਹੋਈ ਹੈ। ਕਿਉਂਕਿ ਗੁਰੂ ਹੀ ਇੱਕ ਐਸੀ ਸ਼ਖਸੀਅਤ ਹੈ ਜਿਹੜੇ ਸਾਡੇ ਮਨ ਦੇ ਕਿਵਾੜ ਨੂੰ ਖੋਲ੍ਹ ਸਕਦੀ ਹੈ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਉਹ ਕਹਿੰਦੇ ਨੇ ਭਲਿਓ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਗੁਰੂ ਤੋਂ ਬਗੈਰ ਇਹ ਮਨ ਦੇ ਕਿਵਾੜ ਨਹੀਂ ਖੁੱਲ੍ਹ ਸਕਦੇ। ਤੇ ਭਰਮ ਕਾਹਦਾ? ਕਿਸ ਗੱਲ ਦੀ ਅਸੀਂ ਭਰਮ ਪਾਲੀ ਬੈਠੇ ਹਾਂ ਕਿ ਸਾਡੇ ਤੋਂ ਸਿਵਾਏ ਕੋਈ ਬਾਣੀ ਪੜ੍ਹਨ ਵਾਲਾ ਨਹੀਂ, ਸਾਡੇ ਤੋਂ ਵੱਡਾ ਕੋਈ ਸੇਵਕ ਨਹੀਂ। ਸਤਿਗੁਰੂ ਕਹਿੰਦੇ ਇੱਥੇ ਤੇ ਨਿਮਾਣਾ ਹੋ ਕੇ ਗੁਰੂ ਦੇ ਦਰ ਉੱਤੇ ਆਣ ਕੇ ਨਮਸਕਾਰ ਕਰ ਤੇ ਕਹਿ ਪਾਤਸ਼ਾਹ ਇਹ ਸਭ ਕੁਝ ਤੇਰਾ ਦਿੱਤਾ ਹੋਇਆ, ਤੂੰ ਰਹਿਮਤ ਕਰੇ, ਤੂੰ ਰਹਿਮਤ ਕਰੇ ਨਾ। ਭੱਟਾਂ ਦੇ ਸਵਈਏ ਪੜ੍ਹੀਏ ਨਾ, ਤੇ ਜਦੋਂ ਅਸੀਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਸਵਈਏ ਪੜ੍ਹਦੇ ਹਾਂ ਤੇ ਭੱਟ ਸਾਹਿਬਾਨ ਕਹਿੰਦੇ ਜੇ ਉਹ ਰਹਿਮਤ ਕਰੇ, ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਉੱਤੇ ਪਾ ਦੇਵੇ ਤੇ ਸਾਡੇ ਅੰਦਰ ਸਾਰੇ ਗੁਣ ਆ ਜਾਂਦੇ ਨੇ। ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਜਿੰਨੇ ਪਾਪ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਉਹ ਸਾਰੇ ਦੇ ਸਾਰੇ ਪਾਪ ਜਿਹੜੇ ਨੇ ਉਹਦੀ ਦ੍ਰਿਸ਼ਟੀ ਹੋ ਜਾਵੇ ਅੰਮ੍ਰਿਤਮਈ ਤੇ ਸਾਰੇ ਦੇ ਸਾਰੇ ਉਹ ਖਤਮ ਕਰ ਦਿੰਦਾ। ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਕਹਿੰਦੇ ਨਾ ਪੰਜੇ ਵਿਕਾਰ ਸਾਨੂੰ ਜੀਣ ਨਹੀਂ ਦਿੰਦੇ। ਇਹ ਪੰਜੇ ਵਿਕਾਰ ਜਿਹੜੇ ਨੇ ਸਾਨੂੰ ਮੋਹ ਵਿੱਚ ਫਸਾਏ ਬੈਠੇ ਨੇ। ਤੇ ਭੱਟ ਸਾਹਿਬਾਨ ਕਹਿੰਦੇ ਭਲਿਓ ਜੇ ਉਹਦੀ ਰਹਿਮਤ ਹੋਵੇ ਤੇ ਉਹਦੇ ਅੰਦਰ ਇੰਨੀ ਤਾਕਤ ਹੈ ਸਾਰਿਆਂ ਨੂੰ ਜਕੜ ਕੇ ਰੱਖ ਦਿੰਦਾ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁੱਖ ਸੰਸਾਰੈ ਖੋਵੈ ਗੁਰ ਨਾਵ ਨਿਧ ਦਰਿਆਓ, ਜਨਮ ਹਮ ਕਾਲ ਧੋਵੈ। ਗੁਰੂ ਬੜਾ ਵੱਡਾ ਖਜ਼ਾਨੇ ਦਾ ਦਇਆ ਦਾ ਘਰ ਹੈ, ਉਹ ਦਰਿਆ ਹੈ। ਉਹਦੇ ਵਿੱਚ ਤੁਰਨ ਵਾਲੀ ਜਿਹੜੀ ਕਿਸ਼ਤੀ ਸਾਡਾ ਸਰੀਰ ਹੈ ਉਹਨੂੰ ਉਹ ਚੱਪੂ ਲਾ ਕੇ ਪਾਰ ਲੰਘਾ ਦਿੰਦਾ ਹੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਕ ਧੋਵੈ। ਤੇ ਨਾਲ ਹੀ ਅੱਗੇ ਭੱਟ ਸਾਹਿਬਾਨ ਕਹਿੰਦੇ ਸੋ ਕਹੋ ਟਲ ਗੁਰ ਸੇਵੀਐ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਜੀ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਉਹਦਾ ਜਨਮ ਤੇ ਮਰਨ ਦਾ ਗੇੜ ਖਤਮ ਹੋ ਜਾਂਦਾ ਜੇ ਗੁਰੂ ਰਹਿਮਤ ਕਰਦੇ। ਇਸ ਕਰਕੇ ਸਤਿਗੁਰੂ ਜੀ ਨੇ ਅੱਜ ਇਹ ਬਖਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਦਾਤ ਹੈ ਨਾ, 8 ਪਹਿਰ ਉਹਦੇ ਗੀਤ ਗਾਉਣ ਦੀ, ਉਹਦੇ ਗੁਣਾਂ ਨੂੰ 8 ਪਹਿਰ ਗੁਣ ਗਾਈ, 8 ਪਹਿਰ ਉਹਦੇ ਗੁਣਾਂ ਨੂੰ ਗਾਉਣਾ ਤੇ ਹਰ ਕੇ ਨਾਮ ਕੀ ਵਡਿਆਈ, ਉਹਦੇ ਨਾਮ ਦੀ ਉਸਤਤ ਕਰਨਾ, ਇਹ ਦਾਤ ਮਿਲੀ ਹੈ ਗੁਰਪੂਰੇ ਤੇ ਪਾਏ। ਗੁਰੂ ਪੂਰੇ ਨੇ ਇਹ ਬਖਸ਼ਿਸ਼ ਕੀਤੀ ਹੈ ਤੇ ਇਹ ਦਾਤ ਮੇਰੀ ਝੋਲੀ ਵਿੱਚ ਪਈ ਹੈ। 2 ਪਦਿਆਂ ਵਾਲਾ ਇਹ ਸ਼ਬਦ ਹੈ। ਪਹਿਲੇ ਪਦੇ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਤ ਪਾਰ ਬ੍ਰਹਮ ਚਿਤ ਆਇਆ। ਜਿਸ ਮਨੁੱਖ ਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ, ਯਾਦ ਆਉਂਦਾ ਹੈ, ਸੋ ਘਰ ਦਇ ਵਸਾਇਆ, ਉਸ ਘਰ ਦੇ ਵਿੱਚ ਦਇਆ ਆ ਜਾਂਦੀ ਹੈ। ਅਸੀਂ ਬੜਾ ਭਰਮ ਭੁਲੇਖੇ ਵਿੱਚ ਪੈ ਕੇ ਦੌੜਦੇ ਹਾਂ, ਭੱਜਦੇ ਹਾਂ ਵੀ ਘਰ ਦੇ ਵਿੱਚ ਦਇਆ ਨਹੀਂ ਆਉਂਦੀ। ਚੱਤੇ ਪੈਰ ਲੜਾਈ ਝਗੜਾ ਰਹਿੰਦਾ
ਤੇ ਸਤਿਗੁਰ ਕਹਿੰਦੇ ਇਹ ਲੜਾਈ ਤੇ ਝਗੜਾ ਤਾਂ ਹੈ ਕਿ ਤੇਰੇ ਘਰ ਦੇ ਵਿੱਚੋਂ ਉਸ ਅਕਾਲ ਪੁਰਖ ਦਾ ਨਾਮ ਭੱਜ ਗਿਆ, ਗਾਇਬ ਹੋ ਗਿਆ, ਜਿਸ ਨਾਮ ਨੇ ਤੇਰੇ ਘਰ ਦੇ ਵਿੱਚ ਸ਼ਾਂਤੀ ਲਿਆਉਣੀ ਸੀ। ਜਿਸ ਦਿਨ ਉਹ ਨਾਮ ਤੇਰੇ ਘਰ ਦੇ ਵਿੱਚ ਆ ਗਿਆ, ਜਿਸ ਦਿਨ ਉਹ ਸੁੱਖਾਂ ਦੀ ਮਣੀ ਤੇਰੇ ਘਰ ਦੇ ਵਿੱਚ ਪੜ੍ਹਨੀ ਸ਼ੁਰੂ ਹੋ ਗਈ, ਜਿਸ ਦਿਨ ਤੂੰ ਉਹ ਗੁਰ ਮੰਤਰ ਨੂੰ ਯਾਦ ਕਰਨ ਲੱਗ ਪਿਆ, ਜਿਸ ਦਿਨ ਤੇਰੇ ਘਰ ਦੇ ਵਿੱਚ ਮੂਲ ਦਾ ਭਾਵ ਹੈ ਮੁੱਢ, ਮੂਲ ਮੰਤਰ ਸਾਡਾ ਜਿਹੜਾ ਸ਼ੁਰੂ ਵਾਲਾ ਮੰਤਰ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ, ਇਹ ਸਾਡਾ ਮੁੱਢਲਾ ਜਿਹੜਾ ਸਿਧਾਂਤ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜਿਸ ਦਿਨ ਇਹ ਘਰ ਦੇ ਵਿੱਚ ਗਾਉਣਾ ਆਰੰਭ ਹੋ ਗਿਆ ਤੇ ਫਿਰ ਉਹ ਦਿਨ ਦੂਰ ਨਹੀਂ ਕਿ ਸਾਡੇ ਘਰ ਦੇ ਵਿੱਚ ਵੀ ਉਹ ਦਇਆ ਆ ਜਾਵੇਗੀ। ਜਿਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਇ ਵਸਾਇਆ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸੁਖ ਸਾਗਰ ਗੁਰ ਪਾਇਆ। ਇਹ ਦਇਆ ਕਿੱਥੋਂ ਆਈ? ਸੁੱਖਾਂ ਦਾ ਸਾਗਰ ਮੈਨੂੰ ਗੁਰੂ ਮਿਲ ਪਿਆ ਤਾਂ ਸਹਿਸਾ ਸਗਲ ਮਿਟਾਇਆ। ਮਨ ਦੇ ਅੰਦਰ ਭਰਮ ਸੀ ਕਿ ਗੁਰਦੁਆਰੇ ਜਾਵਾਂ, ਸ਼ਨੀ ਦੇ ਮੰਦਿਰ 'ਚ ਜਾਵਾਂ, ਮੌੜੀਆਂ ਬੰਨਾਂ, ਤਵੀਤ ਕਢਾਵਾਂ। ਮਨ ਦੇ ਅੰਦਰ ਇਹ ਭਰਮ ਸੀ ਨਾ, ਸਹਿਸਾ ਸਗਲ ਮਿਟਾਇਆ, ਇਹ ਭਰਮ ਸੀ ਇੱਕ ਸਾਡੇ ਅੰਦਰ। ਗੁਰੂ ਸਾਹਿਬ ਕਹਿੰਦੇ ਵੀ ਭਲਿਆ ਜਿਸ ਦਿਨ ਤੈਨੂੰ ਗੁਰੂ ਮਿਲ ਪਿਆ ਨਾ, ਸੁੱਖਾਂ ਦਾ ਸਾਗਰ, ਉਸ ਦਿਨ ਇਹ ਸਾਰੇ ਭਰਮ ਜਿਹੜੇ ਨੇ ਨਾ ਉਹ ਦੂਰ ਹੋ ਜਾਣੇ ਨੇ, ਕਿਉਂਕਿ ਉਹ ਗੁਰੂ ਜਿਹੜਾ ਹੈ ਨਾ ਉਹ ਬੜਾ ਦਇਆਵਾਨ ਹੈ। ਉਹਦੀ ਤੁਲਨਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੂਰਜ ਦੇ ਨਾਲ ਕੀਤੀ ਹੈ। ਸੂਰਜ ਜਦੋਂ ਉਦੈ ਹੁੰਦਾ ਨਾ ਸਾਰੇ ਹਨੇਰੇ ਦੂਰ ਹੋ ਜਾਂਦੇ ਨੇ, ਪਰ ਸੂਰਜ ਵਿੱਚ ਵੀ ਇੱਕ ਕਮੀ ਹੈ ਕਿ ਜਦੋਂ ਉਹ ਡੁੱਬਦਾ ਹੈ ਨਾ ਉਦੋਂ ਧਰਤੀ ਉੱਤੇ ਹਨੇਰਾ ਹੋ ਜਾਂਦਾ। ਸਤਿਗੁਰੂ ਐਸਾ ਨਹੀਂ। ਸਤਿਗੁਰੂ ਕਹਿੰਦੇ ਜਦੋਂ ਤੂੰ ਇੱਕ ਵਾਰ ਮੇਰੇ ਕੋਲੋਂ ਰੋਸ਼ਨੀ ਲੈ ਲਈ, ਚਾਹੇ ਜਗਤ ਦੇ ਵਿੱਚ ਹਨੇਰਾ ਹੋਵੇ, ਝੱਖੜ ਝਾਕੀ ਮੀਂਹ ਵਰਸੇ, ਭਾਵੇਂ ਹਨੇਰੀ ਆਵੇ, ਝੱਖੜ ਆਉਂਦਾ ਹੋਵੇ, ਵਾਹ ਵਰੋਲੇ ਆਉਂਦੇ ਹੋਣ, ਤੇਰੇ ਮਨ ਅੰਦਰ ਤਾਂ ਵੀ ਗੁਰੂ ਨੂੰ ਮਿਲਣ ਦੀ ਇੱਛਾ ਜਾਗੇ, ਤਾਂਘ ਜਾਗੇ, ਤੂੰ ਡਰੇ ਨਾ, ਤੇਰੇ ਅੰਦਰ ਐਸਾ ਪ੍ਰਕਾਸ਼ ਕਰ ਦੇਣਾ। ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਸਭ ਚੰਦਾ ਉਪਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਗੈਰ ਹਨੇਰਾ, ਜੇ ਗੁਰੂ ਦੇ ਲੜ ਲੱਗ ਜਾਵੇ। ਇਸ ਕਰਕੇ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਸੁੱਖ ਸਾਗਰ ਗੁਰ ਪਾਇਆ, ਸੁੱਖਾਂ ਦਾ ਸਾਗਰ ਗੁਰੂ ਮਿਲ ਪਿਆ ਤਾਂ ਸਹਿਸਾ ਸਗਲ ਮਿਟਾਇਆ। ਮਨ ਦੇ ਜਿੰਨੇ ਭਰਮ ਸਨ ਉਹ ਸਾਰੇ ਖਤਮ ਹੋ ਗਏ। ਹੁਣ ਤੇ ਕੇਵਲ ਇੱਕ ਗੁਰੂ ਹੈ ਜਿਹਨੇ ਇਹ ਸਾਰੀਆਂ ਦਾਤਾਂ ਬਖਸ਼ਿਸ਼ ਕਰਦੀਆਂ। ਅਖੀਰਲੇ ਪਦੇ ਅੰਦਰ, ਕਿਉਂਕਿ 2 ਪਦਿਆਂ ਵਾਲਾ ਇਹ ਸ਼ਬਦ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ। ਪ੍ਰਭੂ ਦੀ ਜਿਹੜੀ ਕਹਾਣੀ ਹੈ ਨਾ ਉਹ ਅਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਦਾ ਕੋਈ ਆਕਾਰ ਨਹੀਂ, ਉਹ ਸਮੇਂ ਵਿੱਚ ਨਹੀਂ ਵੱਜਦਾ। ਦਸ਼ਮੇਸ਼ ਪਿਤਾ ਜੀ ਨੂੰ ਅਸੀਂ ਪੁੱਛੀਏ ਨਾ ਕਿ ਉਹ ਅੰਮ੍ਰਿਤ ਵੇਲੇ ਪਾਵਨ ਬਾਣੀ ਦੇ ਵਿੱਚ ਦਾਤ ਬਖਸ਼ਿਸ਼ ਕਰਦੇ ਨੇ। ਨਮਸਤਵੰ ਅਕਾਲੇ, ਉਹ ਕਾਲ ਵਿੱਚ ਨਹੀਂ ਆਉਂਦਾ ਜੀ, ਕਾਲ ਹੈ ਸਮਾਂ, ਅਕਾਲੇ ਭਾਵ ਉਹ ਕਾਲ ਤੋਂ ਰਹਿਤ ਹੈ, ਸਮੇਂ ਦੇ ਵਿੱਚ ਨਹੀਂ ਆਉਂਦਾ। ਨਮਸਤਵੰ ਕਿਰਪਾਲੇ, ਉਹ ਸਾਰਿਆਂ ਉੱਤੇ ਕਿਰਪਾ ਕਰਦਾ ਜੀ, ਉਹਦਾ ਕੋਈ ਰੂਪ ਨਹੀਂ। ਅਸੀਂ ਕਹੀਏ ਕਿ ਪਰਮਾਤਮਾ ਨੂੰ ਬਣਾ ਲਈਏ, ਪਰਮਾਤਮਾ ਨੂੰ ਕਿਸੇ ਖਾਸ ਮੂਰਤੀ ਦੇ ਵਿੱਚ ਬੰਨ੍ਹ ਲਈਏ, ਤੇ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜੇ ਕੋਈ ਵੀ ਉਹਨੂੰ ਸਥਾਪਿਤ ਕਰ ਲਈਏ ਮੂਰਤੀ ਦੇ ਵਿੱਚ, ਉਹਨੂੰ ਕੋਈ ਮੂਰਤੀ ਵਿੱਚ ਬੰਨ੍ਹ ਸਕਦਾ? ਕਿਉਂਕਿ ਉਹ ਅਰੂਪ ਹੈ, ਅਨੂਪ ਹੈ, ਉਹਦਾ ਕੋਈ ਰੂਪ ਨਹੀਂ। ਜੇ ਆਖੀਏ ਵੀ ਉਹਨੂੰ ਰੂਪ ਦੇ ਵਿੱਚ ਬੰਨ੍ਹ ਲਈਏ, ਉਹਦਾ ਕੋਈ ਰੂਪ ਨਹੀਂ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਕਿ ਭਲਿਓ ਜਿਹਦਾ ਕੋਈ ਰੂਪ ਨਹੀਂ, ਜਿਹੜਾ ਅਕਥ ਹੈ, ਕਥਿਆ ਨਹੀਂ ਜਾ ਸਕਦਾ, ਉਹਦੀ ਕਹਾਣੀ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਆਪਣੇ ਗੁਰੂ ਮਿੱਤਰ ਦੇ ਕੋਲੋਂ ਆਣ ਕੇ ਉਹਦੀ ਕਹਾਣੀ, ਉਹਦੀ ਬਾਤ ਸੁਣਿਆ ਕਰੋ,
ਜਿਹਨੂੰ ਕਥਿਆ ਨਹੀਂ ਜਾ ਸਕਦਾ। ਤੇ ਜਿਹੜਾ ਮਨੁੱਖ ਅਕਥ ਦੀ ਕਥਾ ਕਰਦਾ ਹੈ, ਭਾਵ ਇੱਥੇ ਇਹ ਨਾ ਸਮਝ ਲੈਣਾ ਕਿ ਮੈਂ ਕਥਾ ਕਰ ਰਿਹਾ ਤੇ ਤੁਸੀਂ ਆਖੋ ਕਿ ਨਹੀਂ, ਅਸੀਂ ਸਾਰੇ ਹੀ ਉਸ ਅਕਥ ਦੀ ਕਥਾ ਕਰ ਰਹੇ ਹਾਂ। ਬਸ ਫਰਕ ਇੰਨਾ ਹੈ ਕਿ ਤੁਸੀਂ ਸਰੋਤੇ ਜੇ, ਮੈਂ ਵਕਤਾ ਸਾਹਮਣੇ ਪੇਸ਼ਕਾਰੀ ਕਰ ਰਿਹਾ, ਬਸ ਇੰਨਾ ਕੁ ਫਰਕ ਹੈ। ਪਰ ਅਸੀਂ ਸਾਰੇ ਦੇ ਸਾਰੇ ਉਹਦੀ ਅਕਥ ਦੀ ਕਥਾ ਕਰ ਰਹੇ ਹਾਂ। ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਅਕਥ ਦੀ ਕਥਾ ਕਰਦਾ ਹੈ, ਉਹਨੂੰ ਯਾਦ ਕਰਦਾ ਹੈ, ਜਿਹੜਾ ਅੰਮ੍ਰਿਤਮਈ ਬੋਲਾਂ ਨੂੰ ਆਪਣੀ ਇਸ ਰਸਨਾ 'ਤੇ ਲੈ ਕੇ ਆਉਂਦਾ ਹੈ। ਜਨ ਬੁੱਲ ਹੈ ਅੰਮ੍ਰਿਤ ਬਾਣੀ, ਕੌੜੀ ਨਹੀਂ ਜੀ, ਅੰਮ੍ਰਿਤ ਵਰਗੀ ਮਿੱਠੀ ਆਨੰਦਮਈ, ਉਸ ਬਾਣੀ ਨੂੰ ਬੋਲਦਾ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਇਹ ਅੰਮ੍ਰਿਤਮਈ ਬਾਣੀ ਹੈ ਨਾ, ਇਹ ਜਿਹੜੀ ਅਕਥ ਦੀਆਂ ਕਹਾਣੀਆਂ ਨੇ, ਕਥਾ ਨੇ, ਇਹ ਕਿੱਥੋਂ ਪ੍ਰਾਪਤ ਹੁੰਦੀਆਂ ਨੇ? ਨਾਨਕ ਦਾਸ ਵਖਾਣੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਦਾਸ, ਪੰਜਵੀਂ ਜੋਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮੈਂ ਦਾਸ ਇਹ ਤੁਹਾਨੂੰ ਬੇਨਤੀ ਕਰਦਾ, ਇਹ ਵਖਿਆਣ ਕਰਨ ਲੱਗਾ ਕਿ ਇਹ ਪ੍ਰਾਪਤ ਕਿੱਥੋਂ ਹੋਈ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਕੀਤੀ ਨਹੀਂ, ਕਹਿੰਦੇ ਗੁਰ ਪੂਰੇ ਤੇ ਜਾਣੀ, ਇਹ ਪੂਰੇ ਗੁਰੂ ਤੋਂ ਪ੍ਰਾਪਤ ਹੋਇਆ, ਇਹ ਪੂਰੇ ਗੁਰੂ ਨੇ ਰਹਿਮਤ ਕੀਤੀ ਹੈ। ਇਸੇ ਕਰਕੇ ਤੇ ਭੱਟ ਸਾਹਿਬਾਨ ਪੁਕਾਰ ਕਰਕੇ ਗੱਲ ਕਹਿੰਦੇ ਨੇ ਕਿ ਭਲਿਓ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਤੋਂ ਬਗੈਰ ਮੁਕਤੀ ਨਹੀਂ। ਤੇ ਕੀ ਕਰਨਾ ਚਾਹੀਦਾ? ਗੁਰ ਕਰ ਸੱਚ ਵਿਚਾਰ, ਗੁਰੂ ਕਰ ਵੇ ਮਨ ਮੇਰੇ। ਝੂਠ ਨਹੀਂ। ਇੱਥੇ ਅਸੀਂ ਬੈਠੇ ਹਾਂ, ਅਸੀਂ ਗੁਰੂ ਦੇ ਸਿੱਖ ਹਾਂ, ਬਾਹਰ ਜਾ ਕੇ ਸਮੁੱਤਰ ਹੋ ਜਾਈਏ। ਗੁਰੂ ਸਾਹਿਬ ਕਹਿੰਦੇ ਤੇਰੇ ਬਚਨਾਂ ਦੇ ਵਿੱਚ ਸੱਚ, ਸੱਚ ਵਿਚਾਰ, ਤੇਰੀ ਜਿਹੜੀ ਵਿਚਾਰ ਆ ਉਹ ਸੱਚੀ ਹੋਣੀ ਚਾਹੀਦੀ ਹੈ, ਝੂਠ ਨਹੀਂ। ਕਿਉਂਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਸ ਕਰਕੇ ਭੱਟ ਸਾਹਿਬਾਨ ਕਹਿੰਦੇ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਕੁਨ, ਅਗਨ ਕੱਟੇ ਸਭ ਤੇਰੇ, ਗੁਰ ਨਾਇਣ ਬਾਇਣ, ਗੁਰ ਗੁਰ ਕਰੋ। ਅੱਖਾਂ ਦੇ ਨਾਲ ਗੁਰੂ ਨੂੰ ਵੇਖੋ, ਤੇਰੇ ਬਚਨਾਂ ਵਿੱਚ ਗੁਰੂ ਦੀ ਉਸਤਤ ਹੋਵੇ। ਗੁਰ ਨਾਇਣ ਬਾਇਣ, ਗੁਰ ਗੁਰ ਕਰੋ, ਗੁਰੂ ਸਤ ਕਵ ਨ ਲਗੈ, ਜਿਨ ਗੁਰੂ ਨਾ ਦੇਖਿਓ ਦਹਿ ਕੀਓ। ਤੇ ਅਖਿਆਤ ਸੰਸਾਰ ਵਿੱਚ ਉਹਨਾਂ ਦਾ ਆਇਆ ਹੋਇਆ ਪ੍ਰਵਾਨ ਨਹੀਂ, ਜਿਹੜੇ ਇਸ ਧਰਤੀ ਦੇ ਉੱਤੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ। ਸਤਿਗੁਰੂ ਕਿਰਪਾ ਕਰਨ, ਸਾਡੇ ਮਨ ਦੇ ਅੰਦਰ ਵੀ ਉਸ ਅਕਥ ਦੀ, ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਸਾਡੇ ਅੰਦਰ ਵੀ ਉਹਦੇ ਅੰਮ੍ਰਿਤਮਈ ਬੋਲ, ਜਿਹੜੇ ਉਹਦੇ ਬਚਨ ਨੇ, ਉਹ ਵਸ ਜਾਣ ਤੇ ਸਾਡਾ ਆਇਆ ਹੋਇਆ ਪ੍ਰਵਾਨ ਹੋ ਜਾਵੇ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹੀ ਅਰਦਾਸ ਕਰਿਆ ਕਰੋ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ। ਅੱਜ ਦੀ ਕੀਤੀ ਹੋਈ ਵਿਚਾਰ ਸਾਡੇ ਹਿਰਦੇ ਘਰ ਵਿੱਚ ਵਸ ਜਾਵੇ। ਅਖੀਰ ਫਿਰ ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੇ ਤਨ ਨੂੰ ਚਰਖੜੀਆਂ ਉੱਤੇ ਚੜ੍ਹਾ ਕੇ ਤੇ ਗੋਟੀਆਂ ਗੋਟੀਆਂ ਕਰਾ ਲਿਆ, ਪਰ ਧਰਮ ਨੂੰ ਛੱਡਿਆ ਨਹੀਂ, ਉਹਨਾਂ ਨੂੰ ਕੋਟ ਕੋਟ ਪ੍ਰਣਾਮ। ਉਹਨਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।